ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਾਲ ਗੱਡੀਆਂ ਬੰਦ ਨੇ। ਇਸ ਦੇ ਚੱਲਦਿਆਂ ਹੀ ਸੂਬੇ ਦੇ ਵਿੱਚ ਬੰਪਰ ਫਸਲ ਹੋਣ ਦੇ ਕਾਰਨ ਗੋਦਾਮ ਅਨਾਜ ਦੇ ਨਾਲ ਪੂਰਨ ਤਰੀਕੇ ਦੇ ਨਾਲ ਭਰੇ ਹੋਏ ਨੇ, ਪਰ ਮਾਲ ਗੱਡੀਆਂ ਨਾ ਚੱਲਣ ਦੇ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਸਿਰਫ ਇਸ ਵੇਲੇ ਕਿਸਾਨਾਂ ਨੂੰ ਬਲਕਿ ਗੋਦਾਮ ਦੀ ਸਾਂਭ ਸੰਭਾਲ ਦੇ ਲਈ ਪ੍ਰਸ਼ਾਸਨ ਨੂੰ ਵੀ ਕਰਨੀ ਪੈ ਰਹੀ ਹੈ। ਟ੍ਰੇਨਾਂ ਦੇ ਰੁਕਣ ਦੇ ਕਾਰਨ 35 ਲੱਖ ਮੀਟ੍ਰਿਕ ਟਨ ਅਨਾਜ, ਜਿਸ ਦੇ ਵਿੱਚ 19 ਲੱਖ ਮੀਟ੍ਰਿਕ ਟਨ ਚੌਲ ਅਤੇ 16 ਲੱਖ ਮੀਟ੍ਰਿਕ ਟਨ ਕਣਕ ਸ਼ਾਮਲ ਹੈ, ਹਲੇ ਤੱਕ ਸੂਬੇ ਦੇ ਗੋਦਾਮਾਂ ਦੇ ਵਿੱਚ ਹੀ ਪਈ ਨਜ਼ਰ ਆ ਰਹੀ ਹੈ। ਬੀਤੇ ਦਿਨਾਂ ਦੇ ਵਿੱਚ ਸਵਾਲ ਇਹ ਵੀ ਖੜੇ ਹੋਏ ਸੀ ਕਿ ਹੋ ਸਕਦਾ ਹੈ, ਸੰਭਾਵਨਾ ਇਹ ਵੀ ਜ਼ਾਹਿਰ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਫਸਲ ਪਹੁੰਚੀ ਹੋਏ, ਘੱਟ ਕੀਮਤ ਦੇ ਉੱਤੇ ਫਸਲ ਖਰੀਦੀ ਗਈ ਹੋਏ। ਡਾਇਰੈਕਟਰ ਫੂਡ ਅਤੇ ਸਪਲਾਈ ਪੰਜਾਬ ਦੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਪੱਖ ਸਾਹਮਣੇ ਰੱਖਿਆ, ਉਹਨਾਂ ਨੇ ਕਿਹਾ, ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਸੂਬੇ ਦੇ ਵਿੱਚ ਹੁਣ ਤੱਕ 136.3 ਲੱਖ ਮੀਟ੍ਰਿਕ ਟਨ ਕਣਕ ਅਤੇ ਤਕਰੀਬਨ 60 ਲੱਖ ਮੀਟ੍ਰਿਕ ਟਨ ਚੌਲ ਉੱਥੇ ਪਹੁੰਚੇ ਨੇ, ਜੋ ਭੰਡਾਰਨ ਦੇ ਲਈ ਪਹੁੰਚੇ ਸੀ। ਲੇਕਿਨ ਹਲੇ ਗੋਦਾਮਾਂ ਦੇ ਵਿੱਚ ਸਾਂਭ ਸੰਭਾਲ ਦੇ ਵਿੱਚ ਜੱਦੋ-ਜਹਿਦ ਦੇ ਵਿੱਚ ਲੱਗਿਆ ਹੋਇਆ ਪ੍ਰਸ਼ਾਸਨ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਮਾਲ ਗੱਡੀਆਂ ਚੱਲਣ ਦੇ ਲਈ ਇਸ ਵੇਲੇ ਰੇਲਵੇ ਟਰੈਕ ਖਾਲੀ ਕਰ ਦਿਓ। ਰੇਲ ਟਰੈਕ ਖਾਲੀ ਕਰ ਦਿੱਤੇ ਗਏ। ਕਿਸਾਨ ਜਥੇਬੰਦੀਆਂ ਦਾ ਅੰਦੋਲਨ ਇਸ ਤਰੀਕੇ ਦੇ ਨਾਲ ਅੱਗੇ ਵੱਧ ਕੇ ਪਰੇਸ਼ਾਨੀਆਂ ਪੰਜਾਬ ਦੇ ਲਈ ਖੜੀ ਕਰੇਗਾ। ਅਨਾਜ ਭੰਡਾਰਨ ਦੇ ਵਿੱਚ ਇਹ ਸਮੱਸਿਆ ਪੈਦਾ ਹੋਏਗੀ। ਇਹ ਭਾਵੇਂ ਕਿਸੇ ਨੂੰ ਪਤਾ ਨਹੀਂ ਸੀ, ਲੇਕਿਨ ਸਰਕਾਰ ਦੀ ਨੀਅਤ ਅਤੇ ਸਰਕਾਰ ਦੀ ਨੀਤੀਆਂ ਪੂਰਨ ਤਰੀਕੇ ਦੇ ਨਾਲ ਤਿਆਰ ਹੋਣ। ਸੂਬੇ ਦੇ ਵਿੱਚ ਕਿਸੇ ਵੀ ਹਾਲਾਤਾਂ ਦੇ ਲਈ ਅਜਿਹੀ ਸਰਕਾਰ ਦੀ ਤਿਆਰੀ ਹੋਣੀ ਚਾਹੀਦੀ ਹੈ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਸ ਵਾਰ ਝੋਨੇ ਦੀ ਫਸਲ ਦੀ ਆਮਦ 208 ਲੱਖ ਮੀਟ੍ਰਿਕ ਟਨ ਹੋਈ, ਜੋ ਪਿਛਲੇ ਸਾਲ ਦੇ ਨਾਲੋਂ ਤਕਰੀਬਨ 38 ਲੱਖ ਮੀਟ੍ਰਿਕ ਟਨ ਜ਼ਿਆਦਾ ਹੈ। ਇਸ ਨੂੰ ਲੈ ਕੇ ਕਿਸਾਨ ਲੀਡਰਾਂ ਨੇ ਸਰਕਾਰ ਨੂੰ ਲੰਮੀ ਹੱਥੀ ਲਿਆ ਅਤੇ ਨਾਲ ਹੀ ਸ਼ਬਦੀ ਵਾਰ ਵੀ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ ਬਾਹਰਲੇ ਸੂਬਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਪਣੀ ਫਸਲ ਲਿਆ ਕੇ ਵੇਚੀ ਹੈ। ਇਸੇ ਕਾਰਨ ਇਸ ਵਾਰ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੀ ਆਮਦ ਇੰਨੀ ਵੱਧ ਗਈ, ਇੰਨੀ ਵੱਡੀ ਮਾਤਰਾ ਦੇ ਵਿੱਚ ਫਸਲ ਪਹੁੰਚੀ, ਜੋ ਸਰਕਾਰ ਦੇ ਵੱਲੋਂ ਸੰਭਾਲੀ ਨਹੀਂ ਜਾ ਰਹੀ। ਇਸ ਦਾ ਸਿੱਧਾ ਵਿੱਤੀ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋ ਰਿਹਾ ਹੈ, ਕਿਉਂਕਿ ਝੋਨੇ ਦੀ ਫਸਲ ਦਾ ਵਾਜਬ ਰੇਟ ਉਹਨਾਂ ਨੂੰ ਹੁਣ ਮਿਲ ਨਹੀਂ ਪਾ ਰਿਹਾ। ਹੁੰਦਾ ਕੀ ਹੈ, ਬਾਹਰਲੇ ਸੂਬਿਆਂ ਤੋਂ ਆਏ ਹੋਏ ਕਿਸਾਨਾਂ ਨੇ ਆਪਣੀ ਫਸਲ ਨੂੰ ਘੱਟ ਰੇਟ ਦੇ ਉੱਤੇ ਪੰਜਾਬ ਦੇ ਵਿੱਚ ਵੇਚਿਆ। ਪੰਜਾਬ ਦਾ ਆੜਤੀ, ਪੰਜਾਬ ਦੇ ਵਿੱਚ ਮੰਡੀ ਦੇ ਵਿੱਚ ਬੈਠਾ ਉਹ ਕਾਰੋਬਾਰੀ ਤਾਂ ਪੰਜਾਬ ਦੇ ਕਿਸਾਨਾਂ ਨੂੰ ਕਹੇਗਾ ਨਾ ਕਿ ਜੀ ਉਹਨਾਂ ਦੀ ਫਸਲ ਚੰਗੀ ਹੈ, ਘੱਟ ਰੇਟ ਤੇ ਖਰੀਦੀ ਜਾ ਰਹੀ ਹੈ, ਤੁਸੀਂ ਵੀ ਵੇਚੋ। ਕਿਸਾਨ ਆਗੂਆਂ ਦੇ ਮੁਤਾਬਕ ਬਾਹਰਲੇ ਸੂਬਿਆਂ ਤੋਂ ਝੋਨਾ ਲਿਆ ਕੇ ਵੇਚ ਕੇ ਗਏ ਪੰਜਾਬ ਦੇ ਵਿੱਚ ਕਿਸਾਨ ਭਾਵੇਂ ਘੱਟ ਕੀਮਤ ਦੇ ਉੱਤੇ ਵੇਚ ਕੇ ਗਏ ਨੇ, ਲੇਕਿਨ ਪੰਜਾਬ ਤੋਂ ਕਿਸਾਨ ਬਾਹਰ ਨਹੀਂ ਜਾ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਜੋ ਨੇ ਉਹ ਘੱਟ ਜ਼ਮੀਨਾਂ ਵਾਲੇ ਨੇ। 2 ਏਕੜ 5 ਏਕੜ 6 ਏਕੜ ਵਾਲੇ ਕਿਸਾਨ ਕਾਫੀ ਜ਼ਿਆਦਾ ਨੇ, ਜਿਨ੍ਹਾਂ ਦੇ ਕੋਲ ਰਕਬਾ ਛੋਟਾ, ਕਮਾਈ ਦਾ ਸਰੋਤ ਛੋਟਾ, ਵਾਧੂ ਖਰਚ ਦੂਸਰੇ ਸੂਬੇ ਦੇ ਵਿੱਚ ਲੈ ਕੇ ਜਾਣਾ ਉਹ ਅਫੋਰਡ ਨਹੀਂ ਕਰ ਸਕਦੇ। 38 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਜੋ ਆਮਦ ਵਾਧੂ ਹੋਈ ਹੈ, ਬਾਹਰਲੇ ਸੂਬਿਆਂ ਤੋਂ ਇਹ ਫਸਲ ਆਈ ਹੈ, ਇਹ ਪੰਜਾਬ ਦੇ ਕਿਸਾਨ ਆਗੂਆਂ ਦਾ ਕਹਿਣਾ ਹੈ। ਅਤੇ ਪੰਜਾਬ ਦੇ ਵਪਾਰੀਆਂ ਨੇ ਝੋਨੇ ਦੀ ਖਰੀਦ ਦੇ ਵਿੱਚ ਪੰਜਾਬ ਨੂੰ ਇਸ ਵੇਲੇ ਭਾਵੇਂ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ, ਲੇਕਿਨ ਨੁਕਸਾਨ ਸਿੱਧੇ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਹੀ ਹੋਇਆ। ਇਹ ਕਿਸਾਨ ਆਗੂ ਕਹਿੰਦੇ। ਕਿਸਾਨ ਆਗੂਆਂ ਦਾ ਇੱਥੋਂ ਤੱਕ ਕਹਿਣਾ ਕਿ ਇਸ ਦੇ ਨਾਲ ਪੰਜਾਬ ਦੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ। ਨੁਕਸਾਨ ਕਿਵੇਂ ਭਵਿੱਖ ਦੇ ਵਿੱਚ ਵੀ ਵਧੇਗਾ, ਉਸ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਪੰਜਾਬ ਦਾ ਕਿਸਾਨ ਪਹਿਲਾਂ ਰੁਲੇਗਾ, ਫਿਰ ਪ੍ਰਵਾਸੀ ਮਜ਼ਦੂਰਾਂ ਵਾਂਗ ਆਪਣੀ ਦਿਹਾੜੀ ਕਰੇਗਾ, ਉਹ ਵੀ ਆਪਣੀ ਜ਼ਮੀਨ ਦੇ ਉੱਤੇ। ਪੰਜਾਬ ਦੇ ਕਿਸਾਨ ਬਾਹਰਲੇ ਸੂਬਿਆਂ ਦੇ ਵਿੱਚ ਝੋਨੇ ਦੀ ਫਸਲ ਨੂੰ ਵੇਚਣ ਦੇ ਲਈ ਜਾ ਨਹੀਂ ਸਕਦੇ। ਸੂਬੇ ਦੇ ਕਿਸਾਨ ਛੋਟੇ ਕਿਸਾਨ ਨੇ, ਘੱਟ ਜ਼ਮੀਨ ਦੇ ਮਾਲਕ ਨੇ। ਇਸੇ ਦੇ ਲਈ ਕੇਂਦਰ ਅਤੇ ਸੂਬਾ ਸਰਕਾਰ ਦੇ ਉੱਤੇ ਕਾਫੀ ਜ਼ਿਆਦਾ ਨਿਰਭਰ ਨੇ, ਡਿਪੈਂਡੈਂਟ ਨੇ ਸਾਡੇ ਕਿਸਾਨ ਪੰਜਾਬ ਦੇ। ਪੰਜਾਬ ਭਾਜਪਾ ਦੇ ਪ੍ਰਧਾਨ ਜੋ ਇਸ ਵੇਲੇ ਪੱਖ ਦੇ ਵਿੱਚ ਹੋਣ ਕਿਸਾਨਾਂ ਦੇ, ਲੇਕਿਨ ਪੰਜਾਬ ਭਾਜਪਾ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਵੇਲੇ ਉਹ ਪਹੁੰਚਣ ਦੀ ਆਪਣੀ ਨੀਤੀ ਰਣਨੀਤੀ ਬਣਾ ਰਹੇ ਨੇ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਚੰਗਾ ਹੈ ਭਾਜਪਾ ਦੇ ਆਗੂ ਨੂੰ, ਭਾਜਪਾ ਦੇ ਪ੍ਰਧਾਨ ਨੂੰ ਅਸੀਂ ਖੜ ਕੇ ਖਲੋ ਕੇ
ਤਖਤੀਆਂ ਦੇ ਨਾਲ ਆਪਣਾ ਰੋਸ, ਆਪਣਾ ਪ੍ਰਤੀਕਰਮ ਪਹੁੰਚਾਵਾਂਗੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿਸ ਭਾਅ ਵਿਕਦੀ ਹੈ ਕਿਸਾਨੀ। ਪੰਜਾਬ ਦੇ ਵਿੱਚ ਸਖਤੀ ਦੇ ਨਾਲ रूल्स लागू किए जान कि जी झोने के बाद, फसल तो बाद पराली नूं अग ना लाई जा सके, लेकिन उस नूं लैके लगातार पंजाब दे विच मामले वध रहे ने। किसानां दा कहना है कि साडा इह रोस जाहिर करन दा नवां तरीका है। पंजाब दे विच चल रहे मौजूदा मौसम दे विच जो पराली नूं अग लाउण दीआं घटनावां ने वो पिछले साल नालों 4 सालां दे विच वधियां ने। 74,000 घटनावां सामने आईयां ने जो पिछले 4 सालां दे आंकड़े तो वध है। इस संबंध दे विच ਮਾਹਰਾਂ ਨੇ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਇਹਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਅਸੀਂ ਮੰਨਦੇ ਨਹੀਂ। ਅਸੀਂ ਉਸ ਦਾ ਰੋਸ ਜ਼ਾਹਿਰ ਕਰ ਰਹੇ ਹਾਂ ਆਪਣੇ ਇਸ ਢੰਗ ਦੇ ਨਾਲ। ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਵਿੱਤੀ ਉਤਸ਼ਾਹਿਤ ਕਰਨ ਦੇ ਲਈ, ਯਾਨੀ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸਾਨ ਪਰਾਲੀ ਨੂੰ ਅੱਗ ਨਾ ਲਾਏ, ਸਬਸਿਡੀ ਸਰਕਾਰ ਦੇਵੇ, ਇਸ ਬਾਬਤ ਜਾਗਰੂਕਤਾ ਕੀਤਾ ਜਾ ਰਿਹਾ। किसान लेकिन फिर भी निराश ने। इस तो इलावा तालाबंदी के कारण मजदूरों का अपने घरों, अपने दूसरे सूबियां तो पंजाब ना आण पाना पई किसान जथेबंदियां दे लई इस वेले परेशानी बनया होया है। किसानां नूं इस वेले लोड़ है सरकार दी एक चंगी अजिही पॉलिसी दी जो किसानां दे हक दे विच नितर सके। अदालतां दे आदेशां दे उत्ते जेकर किसानी चलण लगी जां सरकारां दे मौजूदा हालातां नूं वेखदिआं होइआं जेकर किसान सरकारां दे लारे रह गए फिर तो रब जाने की बनेगा किसानी का। 10 साल बाद की पता बनया बनाया आटा भी सानू दूसरे मुल्कों तो मंगाना पे। बोरियां दियां बोरियां साडे घरां दे विच आटा भी इंपोर्ट होके आया करेगा। अपनी धरती के उत्ते जो किसान फसल पैदा करता है उस धरती का मालक वो खुद है। उस धरती के उत्ते किसी भी तरीके दे नाल जेकर सूबा सरकार चाहे तो किसान नू जागरूक करने के लिए नीतियां तैयार कीतियां जा सकदियां ने। लेकिन केंद्र सरकार के मौजूदा अजिहे कानून जिसनूं लैके किसान नाराज़ ही नहीं, गुस्से दे विच ने, लेकिन फिर भी सबर संतोख के नाल अपने संघर्ष नूं चला रहे हैं। पिछले तकरीबन 4 हफ्तियां दे विच जो कुछ मामले सामने आए जिथे किसानों का धरना रहा, संघर्ष रहा, उसनूं वेख के यही कहा जा सकता है कि किसान जागरूक है, अपनी जिम्मेदारी नूं समझदा, लेकिन अपने हक लैना भी भुलदा नहीं। पंजाब सरकार के एक अधिकारी ने दस्सिया है कि इस साल बहुत चंगी फसल हुई है। इसे लई फसल की रहंद खोंद नूं खत्म करने के लिए जो किसानां ने अपनी पराली जलाई, अपने खेतों के विच अग लाई। पराली साड़न के कारण खेती कानूनों प्रति जो किसानों ने अपना रोस जाहिर किया है। सरकार ये मानती है कि किसान इन्नी वध पराली साड़ नहीं सकता। किसान खुश नहीं है क्योंकि सरकार ने उन्होंने वित्तीय सहायता नहीं दी। जो सबसिडी दी जानी चाहिए सी वो अजिही नहीं मिली। किसानों को पराली साड़न तो रोकने के लिए जेकर सुप्रीम कोर्ट के आदेशों के तहत सूबा सरकार ही कारज नहीं करेगी ताकि अपनी सबसिडी के लिए भी हुण सरकार के गेड़े कट्टने पैणगे किसान नूं। इत्थे आके वेखना बनदा कि नेड़ले सूबे की कुछ कर रहे हैं। भावें नेड़ले सूबियां दे विच किसानी कानूनों नूं लैके उस पद्धर दा रोस, उस पद्धर दे प्रदर्शन ना हो रहे होण, लेकिन नेड़ले सूबे किसानां दे लई अजिहियां सबसिडीज़ जो चाहिदियां हुंदियां ने, जिस वेले पराली नूं अग ना लावे किसान उस वेले उत्साहित किया जाए, किसान नूं सन्मानित किया जाए, क्योंकि वो सिर्फ एक अपने खेत की रहंद खूंद नूं ही नहीं बचा रहा बल्कि वातावरण दे विच हवा शुद्ध रहे उस दे विच भी अपना योगदान पा रहा। आने वाले दिनों के हुण पता लगेगा कि जी 35 लाख मैट्रिक टन जो झोना इस वेले वाधू पिया पूरे पंजाब दीआं मंडियां दे विच वो चकिया किवें जाएगा। सरकार ने 4000 मंडियां बंद कर दित्तियां, यही गल कह के कि इस वेले वाधू भंडारण मंडियां 'च ही हो गया है। साडे कोलों इस वेले ट्रांसपोर्ट करके वड्डे गोडाउन्स दे विच फसल नूं पहुंचाया जाए उस बाबत साडे कोल इस वेले सहूलत काफ़ी घट है, क्योंकि कई ट्रांसपोर्ट जथेबंदियां ने भी किसानां दे इस मोर्चे नूं अपना समर्थन दिता। बहरहाल गल हुण इत्थे टुकदी है। आने वाले दिनों के जेकर माल गड्डियां चलियां तां ही होर किसान जेकर अपनी फसल मंडियां लैके पहुँच गए तो पहुँच गए, नहीं तो कुछ दिनों बाद उन्होंने अपनी फसल होर घाटे दे विच वेचनी पै सकती है। अकाल चैनल के उत्ते किसानों के संघर्ष नूं लैके अपडेट लगातार जारी है। आने वाले दिनों के विच जेकर रेल गड्डियां तुर गईयां पंजाब नूं, जिस दे विच माल गड्डियां की पहले गल कही जा रही है, बाद दे विच कहा जा रहा है कि जी जो यात्री ट्रेनां ने उन्होंने भी चलाण के बाबत सोचणगे किसान कि भेजियां जाण पंजाब वाल जां नहीं।
ਅਜਿਹੇ ਸੰਕਟ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਜੋ ਕੁਝ ਨਿਭਾਣੀ ਹੈ ਉਸ ਤੋਂ ਪੰਜਾਬ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਉਮੀਦਾਂ ਨੇ। ਮੈਨੂੰ ਅਮਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।